ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਅਨਿਲ ਕੁਮਾਰ। ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ। ਸੋ ਦੋਸਤੋ, ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜਿਹੜਾ ਕਿ ਪੰਜਾਬ ਪੁਲਿਸ ਦਾ ਪੇਪਰ ਹੋਇਆ ਸੀ ਪਿਛਲੇ ਸਾਲ 25 ਜਾਂ 26 ਸਤੰਬਰ ਨੂੰ। 2 ਦਿਨਾਂ ਦੇ ਵਿੱਚ 4 ਪੇਪਰ ਹੋਏ ਸੀ। ਅੱਜ ਇਹ ਵੀਡੀਓ ਦੇ ਵਿੱਚ ਆਪਾਂ ਉਹ ਸਾਰੇ ਕੁਐਸਚਨ ਡਿਸਕਸ ਕਰਾਂਗੇ। ਸੋ ਅੱਜ ਆਪਾਂ ਸਟਾਰਟ ਕਰਦੇ ਹਾਂ। ਸੋ ਜਿਹੜੇ ਸਟੂਡੈਂਟ ਤੁਹਾਡੇ ਵਿੱਚੋਂ ਨਵੇਂ ਨੇ, ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਵੀਡੀਓ ਵਧੀਆ ਲੱਗੀ ਹੋਵੇ। ਸੋ ਕੁਐਸਚਨ ਹੈ, ਕਹਿੰਦਾ A ਕਿਸੇ ਹੋਲ ਨੂੰ A ਕੈਨ ਡਿਗ ਅ ਹੋਲ ਇਨ 40 ਡੇਜ਼ ਐਂਡ B ਕੈਨ ਇਨ 60 ਡੇਜ਼। ਕਹਿੰਦਾ A ਕਿਸੇ ਖੁੱਡ ਨੂੰ 40 ਦਿਨਾਂ ਵਿੱਚ ਖੋਦ ਸਕਦਾ ਹੈ ਅਤੇ B ਇਸ ਨੂੰ 60 ਦਿਨਾਂ ਵਿੱਚ ਖੋਦ ਕਰ ਸਕਦਾ ਹੈ। ਕਹਿੰਦਾ ਅਲੋਂਗ ਵਿਦ ਦਾ C ਦੇ ਡਿਡ ਜੌਬ ਇਨ 12 ਡੇਜ਼। ਪਰ C ਦੇ ਨਾਲ ਮਿਲ ਕੇ ਉਹ ਸਿਰਫ 12 ਦਿਨਾਂ ਦੇ ਵਿੱਚ ਹੀ ਕੰਮ ਨੂੰ ਪੂਰਾ ਕਰ ਲਿਆ। ਇਨ ਹਾਊ ਮੈਨੀ ਡੇਜ਼ C ਅਲੋਨ ਡਿਗ 2 ਸੱਚ ਹੋਲਸ। ਸੋ ਦੱਸੋ, ਕਹਿੰਦਾ ਜੇ C ਇਕੱਲੇ ਨੇ ਇਹੋ ਜਿਹੇ 2 ਖੋਡ ਖੁੱਦਨੇ ਹੋਣ ਤਾਂ ਕਿੰਨੇ ਦਿਨ 'ਚ ਹੋਣਗੇ? 2 ਖੁੱਡ, ਠੀਕ ਹੈ। ਸੋ ਦੇਖੋ ਕੁਐਸਚਨ ਕੀ ਹੈ, ਕਹਿੰਦਾ ਜੇ A ਇਕੱਲਾ ਇਕੱਲਾ ਕਿੰਨੇ ਦਿਨ 'ਚ ਕਰਦਾ? 40 ਦਿਨਾਂ ਦੇ ਵਿੱਚ ਕਰਦਾ। B ਜਿਹੜਾ ਇਕੱਲਾ ਹੈ ਉਹ ਕਿੰਨੇ ਦਿਨ 'ਚ ਕਰਦਾ ਬੱਚੇ? 60 ਦਿਨਾਂ 'ਚ ਕਰਦਾ। C ਇਕੱਲਾ ਕਿੰਨੇ ਦਿਨ 'ਚ ਕਰਦਾ ਇਹ ਸਾਨੂੰ ਪਤਾ ਨਹੀਂ, ਬਟ ਉਹਨੇ ਕਿਹਾ ਵੀ ਜਦੋਂ ਤਿੰਨੋਂ ਕਰਨਗੇ A B ਤੇ C ਤਿੰਨੋਂ ਮਿਲ ਕੇ ਕਰਨਗੇ ਤਾਂ ਕਿੰਨੇ ਦਿਨ ਦੇ ਵਿੱਚ ਕਰ ਦੇਣਗੇ? 12 ਦਿਨਾਂ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਤਾਂ ਬੱਚੇ ਸਾਨੂੰ ਕੀ ਕਰਨਾ ਪਊਗਾ? ਟੋਟਲ ਕੰਮ ਦੇਖਣਾ ਪਊਗਾ ਕਿੰਨਾ ਹੈ। ਟੋਟਲ ਕੰਮ ਕੀ ਹੁੰਦਾ ਬੱਚੇ? ਇਹਨਾਂ ਦਾ LCM ਹੁੰਦਾ ਜੋ ਕਿ ਤੁਹਾਨੂੰ ਪਤਾ ਹੈ। ਸੋ ਜਿਹੜਾ ਇਹਦਾ LCM ਆ ਗਿਆ ਉਹ ਆ ਗਿਆ 120 ਯੂਨਿਟ ਆ ਗਿਆ, ਯਾਨੀ ਟੋਟਲ ਕੰਮ 120 ਯੂਨਿਟ ਹੈ, ਠੀਕ ਹੈ ਜੀ। 120 ਯੂਨਿਟ ਕੰਮ ਹੈ। ਹੁਣ ਤਿੰਨੋਂ ਮਿਲ ਕੇ 12 ਦਿਨਾਂ ਦੇ ਵਿੱਚ 120 ਯੂਨਿਟ ਕੰਮ ਕਰਦੇ ਨੇ, ਯਾਨੀ ਫਿਰ ਇੱਕ ਦਿਨ 'ਚ ਕਿੰਨਾ ਕਰਨਗੇ? 10 ਯੂਨਿਟ ਕਰਨਗੇ, ਠੀਕ ਹੈ ਨਾ। ਦੇਖੋ ਹੁਣ 120 ਯੂਨਿਟ 10 ਦਿਨ ਦੇ ਵਿੱਚ ਹੋ ਰਿਹਾ ਹੈ, ਸੋ 12 ਦਿਨਾਂ ਦੇ ਵਿੱਚ ਹੋ ਰਿਹਾ ਹੈ, ਤਾਂ ਇੱਕ ਦਿਨ 'ਚ ਕਿੰਨਾ ਹੋਊਗਾ? 10 ਯੂਨਿਟ। ਹੁਣ A 40 ਦਿਨਾਂ 'ਚ 120 ਕਰਦਾ, ਯਾਨੀ A ਇੱਕ ਦਿਨ 'ਚ ਕਿੰਨਾ 3 ਯੂਨਿਟ ਕਰਦਾ ਹੋਊਗਾ। B 60 ਦਿਨਾਂ 'ਚ 120 ਕਰਦਾ, ਯਾਨੀ ਇੱਕ ਦਿਨ 'ਚ ਕਿੰਨਾ ਕਰਦਾ ਹੋਊਗਾ? 2 ਯੂਨਿਟ। ਤਾਂ ਤੁਸੀਂ ਦੇਖੋ ਬੱਚੇ, A ਇੱਕ ਦਿਨ 'ਚ 3 ਕਰਦਾ ਹੈ, B ਇੱਕ ਦਿਨ 'ਚ 2 ਕਰਦਾ ਹੈ, ਤਿੰਨੋਂ ਮਿਲ ਕੇ 10 ਕਰਦੇ ਨੇ, ਯਾਨੀ ਕਿ 3 ਤੇ 2 5 A ਤੇ B ਨੇ ਕਰਤਾ, ਰਹਿ ਗਿਆ 5 ਯੂਨਿਟ, ਉਹ ਕਿੰਨੇ ਕਰਤਾ? B ਨੇ। ਯਾਨੀ B ਇੱਕ ਦਿਨ ਦੇ ਵਿੱਚ 5 ਯੂਨਿਟ ਕੰਮ ਕਰਦਾ ਹੈ, ਤਾਂ 120 ਯੂਨਿਟ ਕੰਮ ਕਿੰਨੇ ਦਿਨ 'ਚ ਕਰ ਦੂਗਾ? ਤਾਂ 120 ਯੂਨਿਟ ਕੰਮ ਹੈ ਜਿਹੜਾ ਉਹ B ਕਿੰਨੇ ਦਿਨ 'ਚ ਕਰ ਦੂਗਾ? 24 ਦਿਨਾਂ 'ਚ। ਯਾਨੀ C ਹੈ ਜਿਹੜਾ ਇਕੱਲਾ, ਉਹ ਇਸ ਖੱਡੇ ਨੂੰ 24 ਦਿਨਾਂ ਦੇ ਵਿੱਚ ਪੱਟ ਦੂਗਾ, ਉਸ ਖੱਡੇ ਨੂੰ। ਪਰ ਉਹ ਇੱਕ ਖੱਡਾ ਨਹੀਂ ਪੱਟਣਾ, ਉਹਨੇ 2 ਖੱਡੇ ਪੱਟਣੇ ਨੇ, ਤਾਂ ਯਾਨੀ ਕਿੰਨੇ ਦਿਨ ਲੱਗਣਗੇ? ਇੱਕ ਖੱਡਾ ਅਗਰ 24 ਦਿਨਾਂ 'ਚ ਪੱਟਦਾ ਹੈ ਤਾਂ 2 ਖੱਡੇ ਕਿੰਨੇ ਦਿਨਾਂ 'ਚ ਪੱਟੂਗਾ? ਉਹ 48 ਦਿਨਾਂ 'ਚ। ਸੋ ਯਾਨੀ ਕਿ ਇਸ ਕੁਐਸਚਨ ਦਾ ਸਹੀ ਆਨਸਰ ਕੀ ਆਊਗਾ? 48 ਦਿਨ ਆਊਗਾ। ਕਾਫੀ ਬੱਚੇ ਨੇ ਇਹ ਲਾਈਨ ਨਹੀਂ ਪੜ੍ਹੀ ਹੋਊਗੀ ਤੇ ਪੇਪਰ ਦੇ ਵਿੱਚ ਕੁਐਸਚਨ ਤੁਹਾਡਾ ਗਲਤ ਹੋਇਆ ਹੋਊਗਾ, ਠੀਕ ਹੈ। ਸੋ ਇਸ ਕੁਐਸਚਨ ਦਾ ਸਹੀ ਆਨਸਰ ਕੀ ਆਊਗਾ? 48 ਦਿਨ ਆਊਗਾ, ਠੀਕ ਹੈ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀਡੀਓ ਨੂੰ ਬੱਚੇ ਰਿਵਾਈਜ਼ ਕਰਕੇ ਦੇਖ ਸਕਦੇ ਹੋ, ਠੀਕ ਹੈ ਨਾ, ਜਾਂ ਸਲੋ ਜਾਂ ਤੇਜ਼ ਕਰਕੇ। ਸੋ ਅੱਗੇ ਚੱਲਦੇ ਹਾਂ ਬੱਚੇ। ਦੇਖੋ ਅਗਲਾ ਕੁਐਸਚਨ, ਦੇਖੋ ਨੇ ਕੀ ਕਿਹਾ ਸਾਨੂੰ ਅਗਲੇ ਕੁਐਸਚਨ ਦੇ ਵਿੱਚ। ਉਹ ਅਗਲੇ ਕੁਐਸਚਨ ਦੇ ਵਿੱਚ ਕੀ ਹੈ, ਕਹਿੰਦਾ 12 ਇਫ 20 ਵੂਮੈਨ ਅਰਨ 2000 ਰੁਪਏ ਇਨ 5 ਦਿਨਾਂ ਦੇ ਵਿੱਚ, ਹਾਊ ਮਚ ਵਿਲ 30 ਵੂਮੈਨ ਅਰਨ ਇਨ 8 ਦਿਨਾਂ 'ਚ। ਕਹਿੰਦਾ ਜੇ 20 ਔਰਤਾਂ 5 ਦਿਨਾਂ ਦੇ ਵਿੱਚ 2000 ਰੁਪਏ ਕਮਾਉਂਦੀਆਂ ਹਨ ਤਾਂ 30 ਔਰਤਾਂ 8 ਦਿਨਾਂ ਦੇ ਵਿੱਚ ਕਿੰਨੇ ਪੈਸੇ ਕਮਾਈ ਕਰਨਗੀਆਂ? ਸੋ ਬੱਚੇ ਇਹਦੇ ਲਈ ਤੁਸੀਂ ਇੱਕ ਫੰਡਾ ਹੁੰਦਾ ਹੈ, ਅਸੀਂ ਆਪਣੀ ਕਲਾਸ ਦੇ ਵਿੱਚ ਇਹ ਸਾਰੇ ਚੈਪਟਰ ਡਿਸਕਸ ਕਰੇ ਹੋਏ ਸੀ ਜਦੋਂ ਪੇਪਰ ਆਇਆ ਸੀ। ਸੋ ਉਹਦੇ ਵਿੱਚ ਇਹ ਫਾਰਮੂਲਾ ਹੈਗਾ, ਇੱਕ M1 D1 T1 ਇਜ਼ ਇਕੁਅਲ ਟੂ M2 D2 T2 ਅਪੋਨ W2। ਇਹ ਚੈਪਟਰ ਵਿੱਚ ਟਾਈਮ ਐਂਡ ਵਰਕ ਹੈ, ਠੀਕ ਹੈ। ਸੋ ਦੇਖੋ ਇਹਦੇ ਵਿੱਚ M1 ਮੈਨ ਹੁੰਦਾ ਹੈ, D1 ਡੇਜ਼ ਹੁੰਦਾ ਹੈ, T1 ਟਾਈਮ ਹੁੰਦਾ, W1 ਵਰਕ ਹੁੰਦਾ। ਸੋ ਇਸ ਤਰ੍ਹਾਂ ਦੇ ਕੁਐਸਚਨ ਅਗਰ ਇਸ ਤਰੀਕੇ ਨਾਲ ਕਰੋਗੇ ਤਾਂ ਈਜ਼ੀ ਹੋਊਗਾ। ਜਿਵੇਂ M1 20 ਔਰਤਾਂ ਨੇ ਕੀ ਕਰਦੀਆਂ ਨੇ? 2000 ਰੁਪਏ ਕਮਾਉਂਦੀਆਂ ਨੇ, ਯਾਨੀ 2000 ਕੀ ਹੋ ਗਿਆ? ਉਹਨਾਂ ਦਾ ਵਰਕ ਹੋ ਗਿਆ। ਕਿੰਨੇ ਦਿਨਾਂ ਦੇ ਵਿੱਚ ਬੱਚੇ? 5 ਦਿਨਾਂ ਦੇ ਵਿੱਚ, ਤਾਂ D1 ਦੀ ਵੈਲਿਊ 5 ਹੋ ਗਿਆ। ਸੋ ਕਿੰਨੀਆਂ ਔਰਤਾਂ? 30 ਔਰਤਾਂ ਕਿੰਨੇ ਪੈਸੇ ਕਮਾਉਣਗੀਆਂ? ਇਹ ਸਾਨੂੰ ਪੁੱਛਿਆ ਹੋਇਆ। ਕਿੰਨੇ ਦਿਨਾਂ 'ਚ? 8 ਦਿਨਾਂ 'ਚ। ਸੋ ਬੱਚੇ ਅੱਗੇ ਅਸੀਂ ਸੋਲਵ ਕਰਨਾ, x ਦੀ ਵੈਲਿਊ ਕੱਢਣੀ ਹੈ, ਤਾਂ ਅਸੀਂ x ਦੀ ਵੈਲਿਊ ਕੱਢਣੀ ਹੈ। ਪਹਿਲਾਂ ਦੇਖੋ ਇਹ ਕਟਿੰਗ ਕਰਾਂਗੇ। ਸੋ ਇਹ 0 ਨਾਲ 0 ਗਿਆ, 2 ਨਾਲ ਇਹ ਗਿਆ, ਯਾਨੀ ਇਹ 100 ਆ ਗਿਆ। ਇਹ 5/100 ਯਾਨੀ 1/20 ਆ ਗਿਆ। x ਤੁਹਾਡਾ ਇੱਧਰ ਚਲਾ ਗਿਆ। ਸੋ ਤੁਸੀਂ ਕਹਿ ਦੋਗੇ ਇੱਧਰ ਕੀ ਹੈ? 30 ਗੁਣਾ 8, ਅਤੇ ਜਿਹੜਾ 20 ਇੱਧਰ ਸੀ ਬੱਚੇ ਇਹ ਉੱਧਰ ਚਲਾ ਜਾਊਗਾ ਮਲਟੀਪਲਾਈ ਕਰਕੇ, ਯਾਨੀ ਕਿ ਤੁਸੀਂ ਕਹਿ ਦੋਗੇ ਤੁਹਾਡਾ ਆਨਸਰ ਕਿੰਨਾ ਆਊਗਾ? 8 ਦੇਖੋ 8 ਦੂਣੀ 16 ਯਾਨੀ 160, ਯਾਨੀ ਕਿ ਟੋਟਲ 4800 ਰੁਪਏ ਆ ਜਾਊਗਾ। ਕਿੰਨਾ ਆ ਜਾਊਗਾ ਬੱਚੇ? 4800 ਰੁਪਏ ਆ ਜਾਊਗਾ। ਕਿੰਨਾ ਆ ਜਾਊਗਾ ਬੱਚੇ? 4800 ਰੁਪਏ, ਠੀਕ ਹੈ। ਸੋ ਇਸ ਕੁਐਸਚਨ ਦਾ ਸਹੀ ਆਨਸਰ ਕੀ ਆਊਗਾ? 4800 ਰੁਪਏ, ਠੀਕ ਹੈ। ਤਾਂ ਮਤਲਬ 30 ਔਰਤਾਂ 8 ਦਿਨਾਂ ਦੇ ਵਿੱਚ 4800 ਰੁਪਏ ਕਮਾਈ ਕਰਨਗੀਆਂ। ਮੇਰੇ ਖਿਆਲ ਨਾਲ ਸਭ ਨੂੰ ਸਮਝ ਆ ਗਿਆ ਹੋਣਾ। ਸੋ ਆਓ ਅਗਲੇ ਕੁਐਸਚਨ ਵੱਲ ਚੱਲਦੇ ਹਾਂ।
ਸੋ ਅਗਲਾ ਕੁਐਸਚਨ ਦੇਖੋ ਜੀ ਕੀ ਕਹਿੰਦਾ ਹੈ, ਇਹਨਾਂ ਦੀ ਔਸਤ ਪਤਾ ਕਰਨੀ ਹੈ। ਕਹਿੰਦਾ ਫਾਈਂਡ ਦਾ ਐਵਰੇਜ ਆਫ ਫੋਲੋਇੰਗ ਨੰਬਰ 245 452, ਯਾਨੀ ਅਸੀਂ ਕੀ ਪਤਾ ਕਰਨੀ ਆ, ਨਹੀਂ ਔਸਤ। ਔਸਤ ਮਤਲਬ ਐਵਰੇਜ। ਐਵਰੇਜ ਪਤਾ ਕਰਨ ਲਈ ਕੀ ਕਰਨਾ ਪੈਂਦਾ, ਸਾਰੇ ਨੰਬਰਾਂ ਦਾ ਜੋੜ ਡਿਵਾਈਡਡ ਬਾਈ ਜਿੰਨੇ ਨੰਬਰ ਨੇ। ਤਾਂ ਸਾਰੇ ਨੰਬਰਾਂ ਦਾ ਜੋੜ ਦੇਖਾਂਗੇ, ਨੰਬਰ ਕਿਹੜੇ ਕਿਹੜੇ ਨੇ, 245 452 ਠੀਕ ਹੈ ਜੀ, ਤੇ 729 ਠੀਕ ਹੈ, 927। ਦੇਖੋ ਜੇ ਕਿਸੇ ਬੱਚੇ ਨੂੰ ਲੱਗਦਾ ਵੀ ਮੈਂ ਥੋੜਾ ਸਲੋ ਕਰਾ ਰਿਹਾ ਤਾਂ ਉਹ ਵੀਡੀਓ ਦੀ ਸਪੀਡ ਤੇਜ਼ ਕਰ ਸਕਦਾ ਹੈ। ਠੀਕ ਹੈ, ਮੈਂ ਬਿਲਕੁਲ ਸਾਰਿਆਂ ਨੂੰ ਸਮਝਾ ਰਿਹਾ ਤਾਂ ਕਿ ਸਭ ਨੂੰ ਕਲੀਅਰ ਹੋਵੇ। ਇਹ ਜੋੜ ਕਰਾਂਗੇ, 5 ਤੇ 2 7, 7 ਤੇ 9 16, 16 7 23, 23 ਤੇ 1 28, 23 ਤੇ 1 24, 24 ਤੇ 8 ਕਿੰਨਾ ਹੋ ਗਿਆ 32, 32 ਦਾ ਕੀ ਲੱਗ ਗਿਆ 2। ਸੋ 3 ਹਾਸਲ ਆ ਗਿਆ, 3 ਤੇ 4 7, 7 5 12, 12 2 14, 14 2 16, 16 2 18, 18 ਦਾ ਕੀ ਲੱਗ ਗਿਆ 8, 1 ਹਾਸਲ ਆ ਗਿਆ 3, 3 ਤੇ 4 7, 7 7 14, 14 9 23, 23 ਤੇ 1 34, 34 ਤੇ 2 23, ਸੌਰੀ ਦੇਖ ਲਓ ਦੁਬਾਰਾ, 3 3 ਤੇ 4 7, 7 ਤੇ 7 14, 14 9 23, 23 ਤੇ 1 24, 24 ਤੇ 2 26, ਯਾਨੀ 2682। ਸੋ ਅਸੀਂ ਕਹਿ ਦਾਂਗੇ ਇਹਦਾ ਜੋੜ ਜਿਹੜਾ ਆਇਆ ਸਾਡੇ ਕੋਲ ਕਿੰਨਾ ਆਇਆ, 2682 ਆਇਆ। ਐਵਰੇਜ ਕੱਢਣੀ ਹੈ, ਕਿੰਨੀਆਂ ਸੰਖਿਆਵਾਂ ਨੇ, ਇਹ 6 ਸੰਖਿਆਵਾਂ ਨੇ। ਸੋ ਇਹਨੂੰ 6 ਨਾਲ ਅਸੀਂ ਡਿਵਾਈਡ ਕਰ ਦਾਂਗੇ। ਸੋ ਇਹ ਕੱਟਿਆ ਗਿਆ, 6 ਚੌਕਾ 24, 26 ਸੀ 24, 2 ਬਚ ਗਿਆ 28 ਹੋ ਗਿਆ, 6 ਚੌਕਾ 24, 28 ਸੀ 24, 2 4 ਬਚ ਗਿਆ 42 ਹੋ ਗਿਆ, 6 7 42। ਯਾਨੀ ਕਿ ਅਸੀਂ ਇਹ ਕਹਿ ਸਕਦੇ ਹਾਂ ਇਸ ਦੀ ਐਵਰੇਜ ਕੀ ਆਊਗੀ 447। ਸੋ ਇਸ ਦੀ ਐਵਰੇਜ ਕਿੰਨੀ ਆਈ 447। ਆਈ ਥਿੰਕ ਇਹ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ, ਕੋਈ ਖਾਸ ਔਖਾ ਕੁਐਸਚਨ ਨਹੀਂ ਸੀ। ਠੀਕ ਹੈ, ਸੋ ਉਸ ਤੋਂ ਬਾਅਦ ਬੱਚੇ ਅਗਲਾ ਕੁਐਸਚਨ ਦੇ ਉੱਪਰ ਆਉਂਦੇ ਆ। ਅਗਲਾ ਕੁਐਸਚਨ ਜਿਹੜਾ ਤੁਹਾਡੇ ਕੋਲ ਹੈਗਾ ਹੈ ਉਹ ਹੈਗਾ ਬੱਚੇ ਹੇਠਾਂ ਦਿੱਤੇ, ਇਹਨੂੰ ਸੋਲਵ ਕਰਨਾ ਹੈ ਬੱਚੇ। ਇਹ ਹੈਗਾ 1.2 ਦਾ ਕਿਊਬ ਮਾਈਨਸ 0.8 ਦਾ ਸਕੇਅਰ। ਠੀਕ ਹੈ, ਵੈਸੇ ਇਹਦਾ ਮਤਲਬ ਹੋ ਗਿਆ 1.2 ਗੁਣਾ 1.2 ਗੁਣਾ 1.2। ਪਹਿਲਾਂ ਦੇਖੋ ਪੁਆਇੰਟਸ ਗੁਣਾ ਕਰਨੀ ਹੈ ਤਾਂ ਇਹਦਾ ਰੂਲ ਹੁੰਦਾ ਪਹਿਲਾਂ ਪੁਆਇੰਟਸ ਭੁੱਲ ਜਾਓ। ਪਹਿਲਾਂ 12 ਨੂੰ 3 ਵਾਰੀ ਗੁਣਾ ਕਰਤਾ, ਸੋ 12 ਨੂੰ ਅਸੀਂ 3 ਵਾਰੀ ਗੁਣਾ ਕੀਤਾ ਤਾਂ ਕੀ ਆਇਆ ਬੱਚੇ, ਇਹਦਾ ਆਨਸਰ ਆਊਗਾ 1444 ਆ ਜਾਊਗਾ। ਕਿੰਨਾ ਆ ਜਾਊਗਾ, 4 ਦੂਣੀ 8, 8 ਦੂਣੀ 16। ਠੀਕ ਹੈ, ਦੁਬਾਰਾ ਦੇਖ ਲੈਂਦੇ ਬੱਚੇ, 1728 ਆਊਗਾ। ਕਿੰਨਾ ਹੋਊਗਾ ਬੱਚੇ 1728। ਜਿਹਨੂੰ ਨਹੀਂ ਆਉਂਦਾ ਤਾਂ ਦੁਬਾਰਾ ਕਰਕੇ ਵੀ ਦੇਖ ਲਓ। 12 12 144, 144 ਨੂੰ ਫਿਰ 12 ਨਾਲ ਗੁਣਾ ਕਰਾਂਗੇ, 12 ਚੌਕਾ 48, 12 ਚੌਕਾ 48 ਤੇ 4 ਕਿੰਨਾ ਹੋ ਗਿਆ 52, 12 12 5 17। ਸੋ 1728 ਆ ਗਿਆ। ਪਰ ਕਿੰਨੇ ਪੁਆਇੰਟ ਨੇ, ਇੱਕ ਪੁਆਇੰਟ ਤੋਂ ਬਾਅਦ ਕਿੰਨੇ ਅੱਖਰ ਨੇ, 1 2 3। ਸੋ 3 ਛੱਡ ਕੇ ਲੱਗ ਜੂਗਾ ਬੱਚੇ, 1 2 3 ਯਾਨੀ 1.728 ਆ ਗਿਆ। ਮਾਈਨਸ 0.8 ਇਹਦਾ 64 ਆ ਗਿਆ, ਪਰ ਪੁਆਇੰਟ 2 ਛੱਡ ਕੇ ਲੱਗੂਗਾ, ਸੋ 0.64 ਆ ਗਿਆ। ਸੋ ਇਹਨੂੰ ਮਾਈਨਸ ਕਰਾਂਗੇ ਬੱਚੇ, ਦੇਖੋ ਮਾਈਨਸ ਕਰਨ ਦਾ ਤਰੀਕਾ 1.728 ਦੇ ਵਿੱਚੋਂ ਅਸੀਂ 0.64 ਨੂੰ ਮਾਈਨਸ ਕਰਨਾ ਹੈ ਤਾਂ ਤੁਸੀਂ ਦੇਖੋ 8 ਦਾ 8 ਤਾਂ ਹੀ ਆ ਗਿਆ, ਇੱਧਰ 2 ਚੋਂ 4 ਜਾ ਨਹੀਂ ਸਕਦਾ, ਯਾਨੀ 12 ਚੋਂ 4 ਕੱਢੇ 8, 6 ਦਾ 6 ਗਿਆ 0 ਆ ਗਿਆ, ਸੋ 1 ਆ ਗਿਆ, ਯਾਨੀ 1.088 ਇਜ਼ ਦਾ ਰਾਈਟ ਆਨਸਰ। ਸੋ ਇਸ ਕੁਐਸਚਨ ਦਾ ਸਹੀ ਆਨਸਰ ਕੀ ਆਊਗਾ 1.088। ਉਮੀਦ ਕਰਦਾ ਬੱਚੇ ਸਮਝ ਆ ਰਿਹਾ ਹੋਊਗਾ। ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਬੱਚੇ, ਠੀਕ ਹੈ, ਤਾਂ ਕਿ ਮੈਨੂੰ ਹੌਸਲਾ ਮਿਲੇ ਤਾਂ ਮੈਂ ਹੋਰ ਵੀ ਕੁਐਸਚਨ ਤੁਹਾਡੇ ਲਈ ਲੈ ਕੇ ਆਵਾਂ। ਠੀਕ ਹੈ, ਸੋ ਅਗਲਾ ਕੁਐਸਚਨ ਦੇਖੋ ਬੱਚੇ, ਅਗਰ ਇਹ ਕਲੀਅਰ ਹੈ। ਸੋ ਅਗਲੇ ਕੁਐਸਚਨ ਦੇ ਵਿੱਚ ਦੇਖੋ ਬੱਚੇ ਕੀ ਕਹਿੰਦੇ ਨੇ, ਕਹਿੰਦਾ 4/21 4/21 ਦਾ ਮਤਲਬ ਹੁੰਦਾ ਗੁਣਾ, 3/8 ਆਫ ਦਾ ਮਤਲਬ ਗੁਣਾ 1092 ਗੁਣਾ ਦਾ 7/13, ਯਾਨੀ ਇਹ ਵੀ ਗੁਣਾ, ਯਾਨੀ ਸਾਰਿਆਂ ਨੂੰ ਆਪਾਂ ਨੇ ਗੁਣਾ ਹੀ ਕਰਨੀ ਹੈ, ਇਹ ਸਾਰੇ ਆਫ ਹੀ ਨੇ। ਹੁਣ ਦੇਖੋ ਇਹਦੇ ਲਈ ਤੁਹਾਨੂੰ ਟੇਬਲਸ ਜ਼ਰੂਰ ਆਉਣੇ ਚਾਹੀਦੇ ਨੇ ਬੱਚੇ, ਤਾਂ ਹੀ ਸੋਲਵ ਹੋਊਗਾ। ਦੇਖੋ ਜਿਵੇਂ ਮੈਨੂੰ ਕਿ 13 ਦੇ ਟੇਬਲ ਆਉਂਦਾ, 13 ਦੇ ਟੇਬਲ 'ਤੇ ਅਗਰ ਮੈਨੂੰ ਕੱਟ ਕੇ ਦੇਖੀਏ ਤਾਂ ਦੇਖੋ ਕੀ ਹੋਊਗਾ, 13 7 91, 13 8 104, 8 ਆ ਗਿਆ, ਕਿੰਨਾ ਬਚ ਗਿਆ 5 ਬਚ ਗਿਆ, ਇਹ 52 ਹੋ ਗਿਆ, 13 ਚੌਕੇ 52, ਤਾਂ ਯਾਨੀ 4 ਤੇ ਕੱਟ ਜੂਗਾ। ਇਹ 3 ਦੇ ਟੇਬਲ 'ਤੇ ਕੱਟ ਦੋ, 3 7 21, ਇਹ 7 ਦੇ ਟੇਬਲ 'ਤੇ ਕੱਟ ਜੂਗਾ, 7 1 7, 2 ਬਚ ਗਿਆ, 7 ਦੂਣੀ 14, ਯਾਨੀ 12 ਆ ਗਿਆ। ਫਿਰ ਅੱਗੇ ਕੱਟ ਗਿਆ, ਦੇਖੋ ਇਹ 4 ਦੇ ਟੇਬਲ 'ਤੇ 4 ਦੂਣੀ 8 ਕੱਟ ਗਿਆ, ਇਹ 2 ਛਿੱਕੇ 12 ਕੱਟ ਗਿਆ ਬੱਚੇ। ਹੁਣ ਸਾਰੇ ਹੀ ਕੱਟ ਗਏ, ਇੱਕ 6 ਬਚ ਗਿਆ, ਇੱਕ 7 ਬਚ ਗਿਆ, ਯਾਨੀ ਕਿ ਆਨਸਰ 6 ਗੁਣਾ 7। ਸੋ ਆਪਣਾ ਆਨਸਰ ਕੀ ਆ ਜਾਊਗਾ ਬੱਚੇ 42 ਆ ਜਾਊਗਾ। ਸੋ ਇਸ ਕੁਐਸਚਨ ਦਾ ਸਹੀ ਆਨਸਰ ਕੀ ਆਊਗਾ 42 ਆਊਗਾ। ਦੇਖੋ ਕਟਿੰਗ ਬਾਕੀ ਬੱਚੇ ਆਪਣੀ ਹੈ ਤੁਹਾਡੀ, ਠੀਕ ਹੈ। ਸੋ ਅੱਗੇ ਚੱਲਦੇ ਹਾਂ। ਹੁਣ ਦੇਖੋ ਇਸ ਕੁਐਸਚਨ ਦੇ ਵਿੱਚ ਉਹਨੇ ਕਿਹਾ ਕੀ ਹੈ, ਕਹਿੰਦਾ ਜੇਕਰ 0.42A ਬਰਾਬਰ ਹੈ 0.00224B ਦੇ ਤਾਂ B - A ਤੇ B + A ਪਤਾ ਕਰੋ। ਸੋ ਦੇਖੋ ਇਸ ਕੁਐਸਚਨ ਦੇ ਵਿੱਚ ਉਹਨੇ ਕਿਹਾ 0.42A ਕਿਹਦੇ ਬਰਾਬਰ ਹੈ 0.00224B ਦੇ।
सो देखो जे ए पहला आप बी ए तो बी एक साइड पर कर लाँगे, जे ए गुणा च है ये भी गुणा च है, मैं तो बी नूं थल्ले ले आया। सो इत्थे की हो गया बच्चे, ये हो गया 0.00224, नीचे की हो गया बच्चे थोड़े को 0.42, ठीक है बच्चे, ए बन गया। यानी ए की वैल्यू ए होगी, बी की वैल्यू ए होगी, ठीक है। हुण आपां ने की करना है बी माइनस ए तो बी प्लस ए। बी की वैल्यू देखो बच्चे कितनी है, सो आपां कह देंगे बी की, पहला बी रखांगे, बी की वैल्यू कितनी है 0.42 माइनस ए की वैल्यू, ए की वैल्यू कितनी है साढ़े कोल 0.00224, नीचे की है बी प्लस ए यानी 0.42 प्लस 0.00224, सो ए आएगा, ठीक है जी। सो हुण असीं करना की है बच्चे, देखो जो पेपर विच कहा ने, सो पहला करना है 0.42 दे विचों असीं माइनस करना है 0.00224 माइनस करना है, ठीक है, माइनस करना है क्योंकि बी ये है। सो इतने 0 ला लो, कोई फर्क नहीं पैना। इतने 10 जो 4 कड्डे की आया 6, इधर रह गया 9, 9 च 2 कड्डे कितना आया 7, 9 च 2 कड्डे 7, इतने 1 रह गया, इतने रह गया 4, यानी कि ए आ गया, ठीक है। इस तरह अगर आप ऊपर साडा आ गया 0.41776, इस तरह नीचे जे इनू जोड़िए असी, जे असी इसनू जोड़ना हो, तो माइनस किया है, जे इस तरह इनू जोड़ना हो तो असी कह देंगे जोड़ की आया इन्हां दा 4 2 2 2 4, यानी कि नीचे जोड़ आ गया 42.224 आ गया। सो ये जोड़ आ गया। सो असीं सॉल्व करना है, पॉइंट्स ना पॉइंट्स का बच्चे कैंसल ही हो गया, ठीक है। सो इसकी हुण असीं की करनी है बच्चे, कटिंग करनी है। देखो किस टेबल से कटता है, पहली गल तो 4 ते कटूगा क्योंकि ये भी 4 है तो ये भी 4 है। सो 4 ते कटांगे, 4 10 40, 1 बच गया 17, 4 चौके 16, फिर 1 बच गया बच्चे कितना हो गया इत्थे 17, 4 चौके 16, 4 चौके 16, नीचे भी बच्चे 4 एकम 4, सो की बच गया 4 10 40, 2 बच गए, इतने 22 हो गए, तो 4 5 20 हो गया, फिर 2 बच गए, ठीक है। 4 10 40, 2 बच गए, 4 5 20, 2 बच गए, 4 5 20, फिर 2 बच गए, 4 6 24, फिर अगे 4 ते जा सकता है बच्चे, कट सकते हो, 4 ते कटांगे की आऊगा 4 दूनी 8 आ गया जी, इत्थे कितना बच गया 24 आ गया, 4 6 24, फिर 4 एकम 4, 4 एकम 4, नीचे भी 4 दूनी 8 आ गया जी, तो कितना बच गया बच्चे 25, 4 6 24, 1 बच गया, ठीक है, 4 3 12, कितना बच गया 4 9 36, सो ये आ गया। सो अगे देखो बच्चे किमें कर सकते हैं, 2611 आ गया, नीचे कितना आ गया 2639। तो तुसी देखो ये किहड़े टेबल ते कटदे ने बच्चे, किसी एक टेबल ते कटदे होणगे। सो देखो बच्चे ईजिली हो सकता है, इसकी कटिंग ही करनी है, कटिंग करके ही अपना आंसर आ जाना बच्चे, ठीक है। सोचे दी कटिंग करनी है, देखो की आऊगा, शाबाश। ਇਹਦੇ ਵਿੱਚ थोड़ा जा हुण आपां नूं कटिंग दे विच पंगा पऊगा बच्चों जी। 6 2 8 1 9 10, नीचे तो नहीं जा पाऊगा, अप्रोक्सीमेटली 418 कर दिए जे, इस नूं 422 भी कर दिए जे, असीं इसनूं 418 कर दिए, इनूं 420 कर दिए अप्रोक्सीमेटली, तो तुसीं कह सकते हो इत्थे आ गया 2 09, इत्थे कितना आया 2 1 0, तो ये कट सकता थोड़ा 15 के टेबल तो ही कटूगा 14 अप्रोक्सीमेटली। देखो एक गल तो क्लीयर है, ऊपर छोटा आना है, सो आप चैक कर लें बच्चे, इसमें थोड़ा बाद चैक कर लेंगे, ठीक है, अप्रोक्सीमेटली चैक कर लें, कोई चक्कर नहीं, बस कटिंग है बच्चे, होर कोई नहीं। आई थिंक कंसैप्ट थोड़ा क्लीयर होना, ठीक है। सो अगले क्वेश्चन वाल चलते हैं। सो अगला क्वेश्चन देखो बच्चे की कहता, अगले क्वेश्चन के कहता द एवरेज टैंपरेचर ऑफ द फर्स्ट 4 ऑफ द वीक 37 डिग्री एंड द नेक्स्ट 2 डेज इज़ 39 डिग्री सेल्सियस। इफ द एवरेज ऑफ द वीक इज़ 38 डिग्री सेल्सियस, दैन द टैंपरेचर ऑफ द लास्ट डे का टैंपरेचर की होगा। उन्हें कहा एक हफ्ते के पहले 4 दिनों का औसत तापमान 37 डिग्री सेल्सियस है ਅਤੇ अगले 2 दिनों का तापमान 39 डिग्री सेल्सियस है। जेकर हफ्ते का औसत तापमान 38 डिग्री सेल्सियस होवे तो अंतिम दिनों का की होगा।
ਹੁਣ ਦੇਖੋ ਪਹਿਲੇ 4 ਦਿਨਾਂ ਦਾ 37 ਡਿਗਰੀ ਸੈਲਸੀਅਸ ਹੈ, ਯਾਨੀ ਹਰੇਕ ਦਿਨ 37 ਡਿਗਰੀ ਸੈਲਸੀਅਸ ਐਵਰੇਜ ਹੈ। ਤਾਂ 4 ਦਿਨਾਂ ਦੀ ਕਿੰਨੀ ਹੋਗੀ 37 × 4 ਯਾਨੀ 7 ਚੌਕਾ 28, 4 ਤੇ 12, 12 ਤੇ 2 ਕਿੰਨਾ ਹੋ ਗਿਆ 14, यानी 128 डिग्री 48 डिग्री सैल्सियस हो गया। ठीक है बच्चे, देखो 4 7 28, 4 ते 12। सो अगले 2 दिनों का 39 डिग्री है। सो 39 डिग्री सैल्सियस अगले 2 दिनों का। तो 2 दिनों का टोटल टाइम तापमान कितना हो गया 9 दूनी 18, 2 दूनी 6 तो 1 कितना 7, यानी 78 डिग्री सैल्सियस हो गया। ये पहले 6 दिनों का हो गया 8, तो यानी 226 डिग्री हो गया। ठीक है, 226 डिग्री सैल्सियस यानी कि 6 दिनों हो गया। उन्हें क्या पूरे हफ्ते का कितना 38 डिग्री है, पूरे हफ्ते यानी 7 दिनों का 38 डिग्री सैल्सियस है। तो 7 दिनों का टोटल तापमान कितना हो गया 38 × 7 यानी कि 266 डिग्री सैल्सियस हो गया। हुण 7 दिनों का तापमान 266 डिग्री सैल्सियस है, जिहदे विचों 6 दिनों का तापमान 226 डिग्री सैल्सियस है। अगर आपां माइनस कर दईए तो अपने कोल अखीरले दिन का टैंपरेचर आ जाऊगा जो कि कितना आऊगा 40 डिग्री सैल्सियस आ जाऊगा। सो इस क्वेश्चन का सही आंसर की आऊगा 40 डिग्री सैल्सियस। उम्मीद करदा दोस्तों समझ आ रहा होगा सारिਆਂ ਨੂੰ। देखो नॉर्मली पिछले क्वेश्चन ਦੇ ਵਿੱਚ छोटी प्रॉब्लम आ गई कटिंग ਦੇ ਵਿੱਚ, मेरे ख्याल ਨਾਲ देखो कटिंग ਦੀ है, नॉर्मली कैलकुलेशन सब ਦੀ ਕਿਸੇ ਦੀ गलती भी हो सकती है, कोई चक्कर नहीं ਵਿੱਚ मेरे तो शायद कोई गलती रह गई होगी, बट ਤੁਸੀਂ टेंशन नहीं लैनी, करना ਆਪਾਂ ਉਸੇ तरीके ਨਾਲ है। ठीक है, ਹੁਣ देखो इस क्वेश्चन ਦੇ ਵਿੱਚ ਕੀ है 45/96 × 400। सो इस क्वेश्चन ਨੂੰ ਪਹਿਲਾਂ ਆਪਾਂ ਦੋਨੋਂ ਮੀਡੀਅਮ ਵਿੱਚ ਪੜਾਂਗੇ। देखो की कहा उन्हें की कहा एक नंबर गिवन है ਆਪਾਂ ਨੂੰ 45/96 × 400। इस ਨੂੰ ਸਭ ਤੋਂ ਪਹਿਲਾਂ ਆਪਾਂ ਸਿੰਪਲੈਸਟ ਫਾਰਮ ਯਾਨੀ ਕਿ ਸਭ ਤੋਂ ਕੱਟ ਕੁੱਟ ਕੇ ਲਿਖਣਾ ਹੈ, ਤੇ ਡਿਨੋਮੀਨੇਟਰ ਨੂੰ ਅਸੀਂ ਇਸ ਫਾਰਮ ਦੇ ਵਿੱਚ ਲਿਖਣਾ 2 ਦੀ ਪਾਵਰ n ਤੇ m ਦੀ ਪਾਵਰ 5 ਦੀ ਪਾਵਰ m ਦੇ ਵਿੱਚ। ਤਾਂ ਅਸੀਂ n ਦੀ ਵੈਲਿਊ ਪਤਾ ਕਰਨੀ ਹੈ ਬੱਚਿਓ, n ਦੀ ਵੈਲਿਊ ਕਿੰਨੀ ਹੋਊਗੀ। ਸੋ ਠੀਕ ਹੈ ਬੱਚੇ, ਇਸ क्वेश्चन ਨੂੰ ਪਤਾ करना है। ਤਾਂ ਪੰਜਾਬੀ 'ਚ ਵੀ ਇਹੀ ਲਿਖਿਆ ਵੀ ਸਭ ਤੋਂ ਪਹਿਲਾਂ ਇਹਨੂੰ ਆਸਾਨ ਰੂਪ ਵਿੱਚ ਲਿਖੋ, ਫਿਰ ਇਸ ਨੂੰ 2 ਦੀ ਪਾਵਰ ਜਿਹੜਾ ਹੇਠਲਾ ਹਰ ਮਤਲਬ ਇਹਨੂੰ ਕਹਿੰਦੇ ਆ ਬੱਚੇ, ਇਹਨੂੰ ਹਰ ਕਹਿੰਦੇ ਆ, ਇਸ ਨੂੰ ਅਸੀਂ 2 ਦੀ ਪਾਵਰ n ਤੇ 5 ਦੀ ਪਾਵਰ m 'ਚ ਲਿਖਣਾ, ਤੇ n ਦੀ ਵੈਲਿਊ ਕਿੰਨੀ ਹੋਊਗੀ। ਪਹਿਲਾਂ ਇਹਨੂੰ ਕਟਿੰਗ ਕਰਾਂਗੇ। ਦੇਖੋ ਮੈਂ ਕਟਿੰਗ ਕਰਦਾ 5 × 9 = 45, ਸੋ 5 × 8 = 40, तो 0 आ गया जी। 3 × 3 = 9 ਤੇ 32 × 3 = 96, यानी उपर तो आ गया 3, नीचे कितना आ गया, ਅਸੀਂ 32 ਨੂੰ ਲਿਖ ਸਕਦੇ ਹਾਂ 2 ਦੀ ਪਾਵਰ 'ਚ ਲਿਖਣਾ ਹੋਵੇ ਤਾਂ 2 ਦੀ ਪਾਵਰ 5 ਲਿਖਦੇ ਹਾਂ। 80 ਨੂੰ ਕੀ ਲਿਖਦੇ ਹਾਂ 16 × 5। ਠੀਕ ਹੈ ਜੀ, 16 × 5 ਲਿਖ ਸਕਦੇ ਹਾਂ, ਯਾਨੀ 3। 32 ਨੂੰ ਲਿਖਤਾ ਅਸੀਂ 2 ਦੀ ਪਾਵਰ 5, ਤੇ 16 ਨੂੰ ਲਿਖ ਸਕਦੇ ਹਾਂ ਅਸੀਂ 2 ਦੀ ਪਾਵਰ 4 × 5। ਹੁਣ ਦੇਖੋ ਇਹ ਲਿਖ ਕਿਵੇਂ ਸਕਦੇ ਹਾਂ, ਜੇ ਕਿਸੇ ਨੂੰ ਨਹੀਂ ਪਤਾ 32 ਕਿਵੇਂ ਵਾਰੀ ਆਊਗਾ, ਐਵੇਂ 16 ਆ ਗਿਆ, ਫਿਰ 2 ਤੇ ਗਿਆ ਕਿੰਨਾ ਆਇਆ 8 ਆ ਗਿਆ, ਫਿਰ 2 ਤੇ ਗਿਆ ਕਿੰਨਾ ਆਇਆ 4 ਆ ਗਿਆ, फिर 2 ते गया 2 आ गया, फिर कितनी बारी 5 बारी, इस तरीके नाल। ठीक है बच्चे, सो हुण 5 कितनी बारी हो गया, 2 कितनी बारी हो गया 5 बारी इत्थे है, तो 4 बारी इत्थे है, यानी 2 की पावर 9 होगी, यानी 2 9 बारी हो गया, तो 5 कितनी बारी हो गया 1 बारी हो गया। सो ये n है, तो ये की है साडा m है। सो असी n की वैल्यू पता करनी है। सो बच्चों n की वैल्यू साडे कोल कितनी आ गई 9, यानी 2 की पावर जिहड़ी होगी वो n है। सो n कितना आ गया साडे कोल 5। उम्मीद करदा बच्चे सब नूं समझ आ रहा होगा। प्लीज़ वीडियो नूं लाइक जरूर करो, तो दोस्तों च शेयर जरूर करो, ताकि मैं सारे तुहाडे पंजाब सब इंस्पैक्टर के जिन्हें भी पेपर ने उन्हां दी वीडियो भी बना सकां। ठीक है, सो नैक्सट क्वेश्चन है कहंदा x की वैल्यू साडे कोल कितनी है 0.00458 है, y की वैल्यू तुहाडे कोल 0.00542 है। तो कहता x² + y² ते 2xy का मुल की होगा। ठीक है, तो जे तुसीं ध्यान नाल देखो बच्चे x² + y² 2xy ये फार्मूला हुंदा किहदा है x + y दे होल स्केयर का फार्मूला हुंदा। हुण x की वैल्यू जिहड़ी वो हैगी 0.00458 है, y की वैल्यू 0.00542 है। जे असीं इहनूं जोड़ीए तो की बनूगा 8 ते 2 10, 5 4 9 10, 4 5 9 ते 1 10। ठीक है, यानी कि ये बन जाऊगा। ठीक है, कहने का मतलब की हो गया 0.1 का स्केयर हो गया। ठीक है जी, 0.1 का स्केयर हो गया। क्लीयर है जी, इदा ही बनूगा। सो 0.1 का स्केयर यानी 0.1 × 0.1। सो पॉइंट दे विच की हुंदा बच्चे गुणा करके तो 1 आया, लेकिन पॉइंट तो बाद इधर 1 अखर एक इधर, यानी 2 अखर आएंगे। सो आंसर 0.01 आ जाऊगा। सो इस क्वेश्चन का सही आंसर की आऊगा 0.01 आऊगा। उम्मीद करदा समझ आया होगा बच्चे सब नूं।
क्लीयर है ना। चलो वेरी गुड बच्चे, बहुत अच्छे। सो अगले क्वेश्चन वाल वधदे हैं आपां। सो अगला क्वेश्चन देखो बच्चे, अगला क्वेश्चन साडे कोल आया अपने कोल ग्राफ वाला। देखो इस ग्राफ ਦੇ ਵਿੱਚ ਕੀ ਕਿਹਾ, ਕਹਿੰਦਾ ਇੱਕ ਸਕੂਲ ਦੇ ਵਿੱਚ ਹਰ ਦੂਜੇ ਮਹੀਨੇ ਅਤੇ ਮਹੀਨੇਵਾਰ ਪ੍ਰੀਖਿਆਵਾਂ ਕਰਵਾਉਂਦਾ ਹੈ। ਯਾਨੀ ਇੱਕ ਸਕੂਲ ਹੈ ਜਿਹੜਾ ਹਰ ਦੂਜੇ ਮਹੀਨੇ ਪੇਪਰ ਲੈਂਦਾ ਹੈ। ਹਰ ਮਹੀਨੇ ਦੀ ਉਚਤਮ ਪ੍ਰੀਖਿਆ 500 ਅੰਕ ਹਨ। ਯਾਨੀ ਜਿਹੜਾ ਪੇਪਰ ਹੈ ਬੱਚੇ ਉਹ ਕਿੰਨੇ ਨੰਬਰਾਂ 'ਚ ਹੁੰਦਾ ਹੈ, 500 ਨੰਬਰਾਂ ਦੇ ਵਿੱਚ ਹੁੰਦਾ ਹੈ। ਕਹਿੰਦਾ ਇੱਕ ਖਾਸ ਅਕਾਦਮਿਕ ਸਾਲ ਦੇ ਵਿੱਚ ਮਹੀਨੇਵਾਰ ਪ੍ਰੀਖਿਆ ਇੱਕ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਕੁੱਲ ਅੰਕਾਂ ਦਾ ਹੇਠ ਗ੍ਰਾਫ ਦਿੱਤਾ। ਯਾਨੀ ਕਿ ਆਪਾਂ ਨੂੰ ਦੱਸਿਆ ਵੀ ਇੱਕ ਕਾਲਜ ਸਕੂਲ ਹੈ ਜਿਹੜਾ ਹਰ ਇੱਕ ਮਹੀਨਾ ਛੱਡ ਕੇ ਦੂਜੇ ਮਹੀਨੇ ਪੇਪਰ ਲੈਂਦਾ ਹੈ ਅਤੇ ਪੇਪਰ 500 ਦੇ ਵਿੱਚੋਂ ਹੈ ਅਤੇ ਇਹ ਕਿਸੇ ਇੱਕ ਸਟੂਡੈਂਟ ਦਾ ਦੱਸਿਆ ਹੋਇਆ। ਠੀਕ ਹੈ, ਕੁਐਸਚਨ ਕੀ ਹੈ ਦੇਖੋ, what is the percentage of marks obtained by a student in the periodic exam December and February taken together। ਕਹਿੰਦਾ ਕਿ ਦਸੰਬਰ ਅਤੇ ਫਰਵਰੀ ਦੇ ਮਹੀਨੇਵਾਰ ਦੀ ਪ੍ਰੀਖਿਆ ਨੂੰ ਮਿਲਾ ਕੇ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਪ੍ਰਤੀਸ਼ਤ ਪਤਾ ਕਰਨੀ ਹੈ। ਦੇਖੋ ਪ੍ਰਤੀਸ਼ਤ ਪਤਾ ਕਰਨ ਦਾ ਤਰੀਕਾ ਕੀ ਹੈ ਵੀ ਕੁੱਲ ਕਿੰਨੇ ਮਾਰਕਸ ਆਏ ਅਤੇ ਬਟੇ ਜਿੰਨਿਆਂ ਦੇ ਵਿੱਚੋਂ ਆਏ, ਟੋਟਲ ਮਾਰਕਸ ਕਿੰਨੇ ਨੇ ਗੁਣਾ 100। ਸੋ ਅਸੀਂ ਦੇਖਣੇ ਦਸੰਬਰ ਅਤੇ ਫਰਵਰੀ। ਦਸੰਬਰ ਦੇ ਵਿੱਚ ਉਹਦੇ ਮਾਰਕਸ ਕਿੰਨੇ ਆਏ ਜੇ ਅਸੀਂ ਦੇਖੀਏ ਤਾਂ ਦਸੰਬਰ ਦੇ ਵਿੱਚ ਉਹਦੇ 385 ਨੰਬਰ ਆਏ। ਠੀਕ ਹੈ ਜੀ। ਅਤੇ ਜੇ ਫਰਵਰੀ ਦੀ ਗੱਲ ਕਰੀਏ ਤਾਂ ਫਰਵਰੀ ਦੇ ਵਿੱਚ ਉਹਦੇ 395 ਨੰਬਰ ਹੈ। ਯਾਨੀ ਜੇ ਅਸੀਂ ਜੋੜੀਏ ਤਾਂ ਇਹ ਨੰਬਰ ਆਏ ਅਤੇ ਪੇਪਰ ਇਹ ਵੀ 500 ਨੰਬਰ ਦਾ ਸੀ ਅਤੇ ਇਹ ਵੀ 500 ਨੰਬਰ ਦਾ ਸੀ। ਯਾਨੀ ਕੁੱਲ ਪੇਪਰ 1000 ਨੰਬਰ ਦਾ ਹੋ ਗਿਆ, ਗੁਣਾ 100 ਕਰ ਦਾਂਗੇ। ਠੀਕ ਹੈ ਬੱਚੇ। ਸੋ ਜੇ ਅਸੀਂ ਇਹਨਾਂ ਨੂੰ ਜੋੜੀਏ ਤਾਂ ਕੀ ਬਣ ਗਿਆ 10 ਔਰ 9 9 18 ਇੱਕ ਚਲਾ ਗਿਆ। ਸੋ ਯਾਨੀ ਕਿ ਟੋਟਲ ਪੇਪਰ 680 ਦਾ ਬਟੇ ਕਿੰਨੇ ਹੋ ਗਏ ਆਪਣੇ ਕੋਲ 1000 ਹੋ ਗਿਆ ਜੀ, ਨਾ ਸੌਰੀ ਜੋੜਾਂਗੇ ਤਾਂ 780 ਹੋ ਗਿਆ ਇਹ, ਗੁਣਾ 100 ਕਰ ਦਾਂਗੇ। ਠੀਕ ਹੈ ਜੀ, ਕਿਉਂਕਿ ਆਂਸਰ ਵੀ ਤਾਂ ਆਇਆ ਨਾ ਵਿੱਚ ਦੇਖੋ। ਸੋ 0 ਨਾਲ 0 ਕੱਟਿਆ ਗਿਆ, ਯਾਨੀ ਕਿੰਨੇ % ਨੰਬਰ ਆਏ ਨੇ ਉਹਦੇ 78% ਨੰਬਰ ਆਏ ਨੇ। ਸੋ ਯਾਨੀ ਕਿ ਉਸ ਦੇ ਦਸੰਬਰ ਐਂਡ ਫਰਵਰੀ ਨੂੰ ਮਿਲਾ ਕੇ ਕੁੱਲ ਕਿੰਨੇ ਪੇਪਰ ਬਣੇ, 78% ਨੰਬਰ ਬਣੇ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ ਬੱਚੇ ਅਗਲਾ ਕੁਐਸਚਨ। ਹੁਣ ਦੇਖੋ ਅਗਲੇ ਕੁਐਸਚਨ ਦੇ ਵਿੱਚ ਉਹਨੇ ਕਿਹਾ ਕੀ ਹੈ, ਕਹਿੰਦਾ ਕੋਸਟ ਆਫ 30 ਫਲੈਟਸ ਵਾਜ਼ 60 ਲੱਖ। 30 ਫਲੈਟ ਨੇ, ਉਹਨਾਂ ਦੀ ਕੁੱਲ ਕੋਸਟ ਕਿੰਨੀ ਹੈ, 60 ਲੱਖ ਹੈ। ਕਿਸੇ ਬਿਲਡਰ ਨੇ 1/3 ਫਲੈਟਾਂ ਨੂੰ 15% ਲਾਭ ਅਤੇ 1/6 ਫਲੈਟਾਂ ਨੂੰ 6% ਹਾਨੀ 'ਤੇ ਵੇਚਿਆ। ਜੇ ਉਹ ਬਾਕੀ ਰਹਿੰਦੇ ਫਲੈਟਾਂ ਨੂੰ ਵੇਚਣ ਤੋਂ ਬਾਅਦ ਕੁੱਲ 10% ਦੀ ਹਾਨੀ ਸਹਿਣ ਕਰਦਾ ਹੈ ਤਾਂ ਬਾਕੀ ਫਲੈਟਾਂ ਵਿੱਚ ਹਾਨੀ ਪ੍ਰਤੀਸ਼ਤ ਪਤਾ ਕਰੋ। ਯਾਨੀ ਇੱਕ ਆਦਮੀ ਦੇ ਕੋਲ ਕਿੰਨੇ ਫਲੈਟ ਨੇ ਟੋਟਲ ਬੱਚੇ, 30 ਫਲੈਟ ਨੇ। ਉਹਨੇ ਕੀ ਕਿਹਾ, ਇੱਕ ਆਦਮੀ ਕੋਲ 30 ਫਲੈਟ ਨੇ, 30 ਫਲੈਟ ਦੀ ਕੋਸਟ ਕਿੰਨੀ ਹੈ, 60 ਲੱਖ ਹੈ। ਸਾਨੂੰ ਇਸ ਤਰ੍ਹਾਂ ਦੇ ਕੁਐਸਚਨ ਦੇ ਵਿੱਚ ਕੋਸਟ ਤੋਂ ਕੁਛ ਨਹੀਂ ਲੈਣਾ। ਮਤਲਬ ਉਹਨੇ ਦੱਸਿਆ 30 ਫਲੈਟ ਨੇ, ਠੀਕ ਹੈ ਟੋਟਲ, ਅਤੇ ਉਹਨੇ 1/3 ਫਲੈਟ ਵੇਚਤੇ 15% ਪ੍ਰੋਫਿਟ 'ਤੇ। ਹੁਣ 30 ਦਾ 1/3 ਕਿੰਨਾ ਹੋਇਆ ਬੱਚੇ, 30 ਦਾ 1/3 ਹੋ ਗਿਆ 10 ਫਲੈਟ। ਯਾਨੀ 10 ਫਲੈਟ ਉਹਨੇ 15% ਪ੍ਰੋਫਿਟ 'ਤੇ ਵੇਚਤੇ। ਯਾਨੀ ਪ੍ਰੋਫਿਟ ਨੂੰ ਆਪਾਂ ਇੱਦਾਂ ਲਿਖ ਦਾਂਗੇ 15% ਪ੍ਰੋਫਿਟ, ਯਾਨੀ ਕਿੰਨਾ ਪ੍ਰੋਫਿਟ ਹੋ ਗਿਆ, 150% ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਉਹਨੇ ਕੀ ਕਿਹਾ, ਬਾਕੀ ਦੇ 1/6 ਫਲੈਟ, 1/6 ਕਿੰਨੇ ਹੋ ਗਏ ਬੱਚੇ, 30 ਦੇ 1/6, 30 ਦਾ 1/6 ਕਿੰਨਾ ਹੋ ਗਿਆ, 5 ਫਲੈਟ। 5 ਫਲੈਟ ਉਹਨੇ ਵੇਚਤੇ 6% ਹਾਨੀ 'ਤੇ, ਹਾਨੀ ਨੂੰ ਆਪਾਂ ਮਾਈਨਸ ਲਿਖਾਂਗੇ, ਯਾਨੀ ਕਿ ਟੋਟਲ -30% 'ਤੇ ਹੋ ਗਿਆ। 10 ਤੇ 5 ਕਿੰਨੇ ਹੋ ਗਏ, 15 ਵੇਚਤੇ, ਅਤੇ ਬਾਕੀ ਫਲੈਟ ਕਿੰਨੇ ਰਹਿ ਗਏ, 15 ਰਹਿ ਗਏ। ਉਹਨੂੰ ਕਿੰਨੇ ਦੇ ਵੇਚੇ ਸਾਨੂੰ ਪਤਾ ਨਹੀਂ, ਤਾਂ ਕਿ ਓਵਰਆਲ ਸਾਰਿਆਂ ਦੇ ਉੱਪਰ ਉਹਨੂੰ 10% ਫਲੈਟ ਹੋਵੇ, ਲੋਸ ਹੋਵੇ। ਟੋਟਲ ਫਲੈਟ ਕਿੰਨੇ ਨੇ, 30, ਔਰ 30 ਦੇ ਉੱਪਰ ਕਿੰਨਾ ਲੋਸ ਹੋਣਾ, 10% ਲੋਸ ਹੋਣਾ, ਯਾਨੀ ਮਾਈਨਸ ਕਰਕੇ। ਯਾਨੀ ਸਭ ਦਾ ਟੋਟਲ -300 ਬਣਨਾ ਚਾਹੀਦਾ। ਕਿੰਨਾ ਬਣਨਾ ਚਾਹੀਦਾ, -300। ਹੁਣ ਦੇਖੋ ਇਹ -300 ਬਣਨ ਲਈ ਇੱਥੇ ਕੀ ਆਉਣਾ ਚਾਹੀਦਾ, ਦੇਖੋ ਇਹ ਹੋ ਗਿਆ 150 ਚੋਂ 30 ਕੱਢੇ 120, ਹੈ ਨਾ, 120। ਦੇਖੋ ਇਹ ਹੋ ਗਿਆ ਨਾ, 150 ਦੇ ਵਿੱਚੋਂ 30 ਕੱਢੇ ਤਾਂ 120 ਆ ਗਿਆ। ਯਾਨੀ 120 'ਚ ਕੀ ਜੋੜੀਏ ਤਾਂ ਕਿ 120 ਦੇ ਵਿੱਚ ਅਸੀਂ ਕੀ ਜੋੜੀਏ ਤਾਂ ਕਿ -300 ਆਵੇ। ਤਾਂ x ਦੀ ਵੈਲਿਊ ਕੱਢਣ ਲਈ ਕੀ ਆਊਗਾ, -300 ਪਲੱਸ -120, ਯਾਨੀ ਕਿ ਕਿੰਨਾ ਹੈ, 420 ਹੋਣਾ ਚਾਹੀਦਾ। ਯਾਨੀ ਇਹ -420 ਹੋਣਾ ਚਾਹੀਦਾ, ਤਾਂ ਹੀ ਬਣੂਗਾ ਨਾ ਬੱਚੇ। ਦੇਖੋ 420 ਅਤੇ 30 ਕਿੰਨੇ ਹੋ ਗਏ, 450, 450 ਚੋਂ 150 ਕੱਟੇ ਤਾਂ 300 ਬਣੇ। ਠੀਕ ਹੈ ਜੀ। ਹੁਣ ਇਹ ਆ ਗਿਆ, ਤਾਂ ਇਹਦਾ ਮਤਲਬ ਕੀ ਹੋਇਆ ਸਾਡੇ ਕੋਲ, ਯਾਨੀ ਕਿ ਉਸ ਨੂੰ 15 ਫਲੈਟ ਦਾ 15 ਨਾਲ ਮਲਟੀਪਲਾਈ ਕਰਕੇ 420 ਆਉਣਾ ਚਾਹੀਦਾ। 15 ਨਾਲ ਮਲਟੀਪਲਾਈ ਕਰਕੇ 420 ਆਉਣਾ ਚਾਹੀਦਾ ਹੈ ਮਾਈਨਸ ਦਾ। ਯਾਨੀ ਹਰ ਫਲੈਟ 'ਤੇ ਕਿੰਨਾ ਲੋਸ ਹੋ ਗਿਆ, 420 ਡਿਵਾਈਡਡ ਬਾਈ 15, ਯਾਨੀ ਤੁਸੀਂ ਕਹਿ ਸਕਦੇ ਹੋ 28%। ਤਾਂ ਜਿਹੜੇ ਬਾਕੀ ਰਹਿੰਦੇ ਫਲੈਟ ਹੈ
ਉਸ ਨੂੰ 28% ਲੌਸ ਤੇ ਵੇਚਣੇ ਪੈਣਗੇ। ਸੋ ਬੱਚੇ ਇਹ ਕੁਐਸਚਨ ਤੁਹਾਨੂੰ ਮੈਂ ਵਿਦ ਸ਼ਾਰਟਕਟ ਤਰੀਕੇ ਨਾਲ ਕਰਵਾਇਆ। ਦੇਖੋ ਮੇਰੀ ਜਿਹੜੀ ਵੀਡੀਓਜ਼ ਨੇ ਬੱਚੇ, ਮੇਰਾ ਇੱਕ ਕੋਰਸ ਬਣਾਇਆ ਪਿਆ, ਦੇਖੋ ਮੈਂ ਇੱਕ ਹੀ ਕਹਿਣਾ, ਜਿੰਨੇ ਵੀ ਮੈਂ ਕੁਐਸਚਨਸ ਕਰਵਾਏ ਨੇ ਆਪਣੀ ਉਸ ਵੀਡੀਓ ਕੋਰਸ ਦੇ ਵਿੱਚ ਮੈਥ ਤੇ ਰੀਜ਼ਨਿੰਗ ਦੇ, ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਵਾਨਿਆ ਐਜੂਕੇਸ਼ਨ ਸਰਵਿਸਿਜ਼ ਨਾਂ ਦੀ ਐਪ ਹੈ, ਉਸ ਦੇ ਵਿੱਚ ਮੈਥ ਤੇ ਰੀਜ਼ਨਿੰਗ ਦਾ ਇੱਕ ਕੋਰਸ, ਮੈਂ ਸਪੈਸ਼ਲ ਮੈਥ ਤੇ ਰੀਜ਼ਨਿੰਗ ਦਾ ਹੀ ਇੱਕ ਕੋਰਸ ਬਣਾਇਆ ਹੋਇਆ। ਤੇ ਜਿੰਨੇ ਵੀ ਕੁਐਸਚਨਸ ਆਏ ਹੋਏ ਨੇ ਇਸ ਪੇਪਰਾਂ ਦੇ ਵਿੱਚ, ਉਹ ਉਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਆਏ ਨੇ। ਭਾਵੇਂ ਸਬ ਇੰਸਪੈਕਟਰ ਦੇ ਲਗਾ ਲਓ, ਭਾਵੇਂ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਲਗਾ ਲਓ, ਗਰੰਟਡ ਹੈ 100% ਬੱਚੇ ਜਿਨ੍ਹਾਂ ਨੇ ਕੋਰਸ ਬਾਈ ਕੀਤਾ, ਤੁਸੀਂ ਉਹਨਾਂ ਤੋਂ ਪੁੱਛ ਕੇ ਦੇਖ ਸਕਦੇ ਹੋ, ਸਾਰਾ ਕੁਐਸਚਨ ਉਹਦੇ ਵਿੱਚੋਂ ਹੀ ਆਏ ਹੋਏ ਨੇ। 1% ਕੁਐਸਚਨ ਵੀ ਉਹਨਾਂ ਚੋਂ ਅਲੱਗ ਨਹੀਂ ਹੈਗਾ। ठीक है। सो जे कोई स्टूडेंट जाके देखना चाह सके तो देख सकता है। ठीक है बच्चे। सो कोई कंटैक्ट करना चाहे तो नीचे स्क्रीन पर मेरा नंबर चल रहा है। ठीक है। सो अगले क्वेश्चन देखते हैं आप। इस टाइप के सारे क्वेश्चन ने बच्चे मैं क्लास के करवाए हुए हैं, तो उस ऐप के भी ने, जो कोई ऑफलाइन क्लास लगाना तो ऑफलाइन भी लगा सकता है। हुण देखो अगला क्वेश्चन की कहता साडा। हुण अगले क्वेश्चन के उन्हें की कहा, ए सम ऑफ मनी एट सिंपल इंटरस्ट अमाउंट टू 9015 इन 5 सालों के विच एंड 10,054 इन 6 सालों के विच। ठीक है। तो वो की है कहने राशि की है। ठीक है। यानी प्रिंसीपल पता करना है, यानी कुछ पैसे असीं इत्थे रखे, वो पैसे 5 सालों के विच 9015 रुपये हो गए, तो 6 सालों के विच 10,054 रुपये हो गए। सो देखो ये क्वेश्चन भी साडी वीडियो के विचों ही है बच्चे। सो कितना इंटरस्ट लग गया, तुसीं रखे 9015 सी, बन गए 10,054। सो कितना इंटरस्ट बनया, 10,054 चों 9015 तुसीं कढ़ ली। सो 14 चों 5 कढ़े 9। ठीक है जी। 4 च 1 कढ़िया 3। ठीक है जी। बाकी तो 0, 10 9 कढ़े 1, यानी कि तुसीं कह सकते हो कितना इंटरस्ट लग गया, 1039 रुपये। 1 साल का इंटरस्ट 1039 रुपये है। ठीक है मेरे हिसाब नाल। ठीक है जी। समझ आया क्लीयर। तो किन्ने साल इंटरस्ट लग गया, देखो इस तो पहला 5 साल इंटरस्ट लग गया, तो 5 सालों कितना इंटरस्ट लग जाऊगा, 1039 नूं 5 नाल मल्टीप्लाई कर देंगे, 9 5 45, 5 ते 15, 15 4 19 तो 5 1 5, यानी 5195 रुपये थोड़ा इंटरस्ट है। हुण मतलब प्रिंसीपल दे विच इंटरस्ट लग के ये बन गया। अगर मैं ये इंटरस्ट कढ़दा तो मेरे को की आ जाऊगा, प्रिंसीपल आ जाऊगा, यानी 9015 दे विचों अगर मैं 5195 इंटरस्ट कढ़दा तो मेरे को की आ जाऊगा, इंटरस्ट आ जाऊगा। 11 जनों कढ़े 2 आ गया बच्चे। ठीक है। इधर की रह गया 9, 9 च 1 कढ़िया 8, इधर कितना रह गया बच्चे, 9 च 5 कढ़े, इधर रह गए 8 रह गए सी, 8 5 कढ़े 3, यानी कि 3820 रुपये। तो असीं कह सकते हैं जो प्रिंसीपल है साडा वो कितना है बच्चे, 3820 रुपये है। ठीक है बच्चे। अगे चलते हैं। सो मेरे ख्याल क्लीयर होना बच्चे। सो अगे चलते हैं। चलो अगला क्वेश्चन देखो बच्चे। इस क्वेश्चन के उन्हें की कहा, कहना गिवन बार ग्राफ शो द नंबर ऑफ रन स्कोर्ड बाय ए टीम इन फस्ट 6 ओवर मैच। पहले 6 ओवर कि मैं स्कोर बनाए दिखाए हुए हैं, पहले ओवर किन्ने बने, दूजे किन्ने बने, तीजे ये दसे हुए हैं। कहना टीम ने किस ओवर 10 दौड़ा बनाई है, यानी किस ओवर के 10 रन बनाए। तो बहुत सौखा है। देखो 10 रन लिखे थे, इसमें इतने 4 बने, इतने किन्ने बने बच्चे 15 स्कोर बने, इत्थे 8 स्कोर बने, इस ओवर दे विच किन्ने बने 7 स्कोर बने, तो इस ओवर किन्ने बने 10 स्कोर बने, यानी 5वें ओवर दे विच 10 स्कोर बने। सो इस क्वेश्चन का सही आंसर की आऊगा, 5वें ओवर दे विच 10 स्कोर बने। ठीक है जी। सो अगला क्वेश्चन है बच्चे, कहंदा एक राशि है सिंपल इंटरस्ट ते रखी, 5400 रुपये 9 बन गई। ठीक है। 9% रेट ऑफ इंटरस्ट ते 5 सालों के, तो प्रिंसीपल की सी, यानी कुछ पैसे तुसी रखे, 9% रेट ऑफ इंटरस्ट है हर साल, तो 5 सालों के 5409 रुपये बन गए। तो तुसी किन्ने पैसे रखे। ठीक है। इस समय सिंपल इंटरस्ट 5409 रुपये बन गए, सॉरी सिंपल इंटरस्ट कितना बन गया 54। एक धन राशि तो 5 सालों 9% सालाना की दर से 5409 रुपये का सुधारण ब्याज प्राप्त होया, यानी इंटरस्ट इन्ना मिला। तो धन राशि यानी प्रिंसीपल कितना, देखो जो तुम इन्ना करो, देखो जे तुम 100% यानी तो असी 100 रुपये रखे, 100% रखे, थोनों 1 साल का 9% ब्याज मिले, तो 5 साल मिले, तो 5 साल कितना मिले होना, अगर 1 साल 9% मिलता है तो 5 साल कितना मिले होना 45%। तो तुम कह सकते हो 45% ब्याज मिले, जो कि किदे बराबर है 5409 रुपये के। तो तुम प्रिंसीपल पता करना है, यानी तुम 100% पता करना है। तो देखो किमें करांगे, अगर 45% 5409 रुपये के बराबर है, तो 1% कितना हो गया 5409/45। ठीक है जी।
ਤੇ ਤੁਸੀਂ 100% ਪਤਾ ਕਰਨਾ ਹੈ। ਤਾਂ 100% ਪਤਾ ਕਰਨ ਲਈ ਇਸ ਨੂੰ 100 ਨਾਲ ਗੁਣਾ ਕਰ ਦੋਗੇ। ਠੀਕ ਹੈ, ਮੈਂ 5 ਤੇ ਕੱਟਾਂਗਾ, 5 9 45 ਜੀ। ਸੋ ਕਟਿੰਗ ਸਾਰੇ ਜਣੇ ਦੇਖ ਲਓ ਇੱਕ ਵਾਰੀ, 5 9 45, 20 5 100। ਸੋ ਹੁਣ ਇਹ 9 ਤੇ ਕੱਟਾਂਗੇ, 9 6 54, 0 6 ਕਮ 6। ਸੋ ਇਹ ਕੱਟ ਗਿਆ 0 2 0 6 दूनी 12, यानी प्रिंसीपल कितना आ गया 12,020 रुपये। सो इस क्वेश्चन का सही आंसर की आऊगा 12,020 रुपये। ठीक है, सो देखो जे कोई बच्चा नवा हैगा तो मैं प्लीज़ कहना हूँ मेरी वीडियो से लेक्चर जरूर देखो। अगर थोड़े चो कोई ऑफलाइन क्लास लगा सकता मेरी ऑफलाइन जरूर लगाओ। बहुत जल्दी असी ऑनलाइन भी स्टार्ट करांगे। ठीक है, सो जरूर लगाओ बच्चे ताकि थोड़ा मैथ ते रीजनिंग पार्ट स्ट्रोंग हो सके। सो अगला क्वेश्चन है, हेठ दित्ती भिन्नां विचों सब तो वड्डी भिन्न किहड़ी है। भिन्न यानी कि फ्रैक्शन किहड़ी वड्डी है। तो नॉर्मली देखो उपर वाले ये सारियां दे विच उपर वाले छोटे ने, ये उपर वाला वड्डा है यानी न्यूमरेटर वड्डा है। तो न्यूमरेटर वड्डा है तो नॉर्मल जी गल है फ्रैक्शन भी की होगी सब तो वड्डी होगी। अगर उपर छोटा होंदा फिर आपां कढ के देख लेंदे, न्यूमरेटर ये सब तो वड्डा है। तो इस करके इसदा आंसर की आऊगा 18/5 इज द राइट आंसर। ठीक है, सो अगे चलते हैं बच्चे। देखो सो इस क्वेश्चन के विचों सब तो घट विद्यार्थी किस द्वारा अंक वर्ग अंतराल विच हैं। देखो इस क्वेश्चन में पहले आप ध्यान नाल पढ़ते हैं। देखो ने की कहा, कहता दित्ती हुई एक आपां नूं दित्ती हुई है विद्यार्थियों के अंक दर्शा रही है, एक समूहिक बारंबारता वंड आंकड़िਆਂ तो प्रदर्शित कर दी। वर्ग अंतराल विच लेटवीं धुरी नाल अते बारंबारता खड़ी धुरी नाल दिती गई है। ठीक है, दोबारा देख लो, कहता गिवन फ्रीक्वेंसी पॉलीगन रिप्रजेंट द डाटा ऑब्टेन्ड बाय ग्रुप्ड फ्रीक्वेंसी डिस्ट्रीब्यूशन गिवन टेस्ट स्कोर द स्टूडेंट, द क्लास मार्क आर गिवन टू द अलोंग द हॉरिजेंटल लाइन। ठीक है, यानी कि जिहड़ा वर्ग अंतराल है लेटवीं धुरी यानी ये वर्ग अंतराल हो गया, तो बारंबारता यानी कि फ्रीक्वेंसी की होगी उपर, यानी खड़े स्टूडेंट उपर हो गए। सो सब तो घट विद्यार्थियों की द नंबर ऑफ स्टूडेंट विद्यार्थी किस वर्ग अंतराल विच घट हैं। देखो वर्ग अंतराल किस घट हैं, जे आप इत्थों लैके इत्थे तक देखिए, पहली गल तो देखो इस लाइन दे विच किन्ने विद्यार्थी आते हैं इस वर्ग अंतराल च, इस वर्ग अंतराल च किन्ने आ गए 2 4 6 6 इदां 8 कर लो। इस वर्ग अंतराल च किन्ने आए, ठीक है 8 10 18 ते 12 इधर हो गए। ये सारे वर्ग अंतराल बने हुए हैं। उन्होंने पूछे किहड़े वर्ग अंतराल विच घट हैं। जे 60.5 तो लैके 70.5 तक देखिए, 60.5 तो 70.5 ਦੇ ਵਿੱਚ 60.5 ਵਿੱਚ ਇੱਥੇ ਹੋ ਗਿਆ ਤੇ 70.5 ਵਿੱਚ ਇੱਥੇ ਹੋ ਗਿਆ। ਇੱਥੋਂ ਲੈ ਕੇ ਤੱਕ ਦੇ ਦੇ, ਇੱਥੇ ਕਿੰਨੇ ਹੋ ਗਏ ਬੱਚੇ ਸਟੂਡੈਂਟ 4 ਤੇ ਇੱਥੇ ਕਿੰਨੇ ਹੋ ਗਏ ਬੱਚੇ, ਜੇ ਆਪਾਂ ਇੱਥੇ ਦੇਖੀਏ ਇੱਥੇ ਵੀ ਕਿੰਨੇ ਹੋ ਗਏ 4, यानी किन्ने स्टूडेंट हो गए 8 के स्टूडेंट हो गए अप्रॉक्सीमेटली। ठीक, 59.5 ਤੋਂ 60.5 ਦੇ ਵਿੱਚ देखो ਬੱਚੇ 59.5 ਤੋਂ 60.5 ਦੇ ਵਿੱਚ 59.5 ਤੋਂ 60.5 59.5 देखिए जी अप्रॉक्सीमेटली इतने 8 ला लो चे, विचकार होर भी ने घट ने 8 तो इतने ला के चल सकते। चलो देख लाँगे 59.5 तो 69.5, 59.5 भी अपना इतों ही शुरू होंगे तकरीबन पिछे, तो 69.5 सेम ही है बच्चे। तो 54.5 तो 70.4 तक, 54.5 तो 54.5 है 70.75 ती ला लो, इतों ही ला लो। इतने किन्ने ने, इतने तो ज़्यादा हो गए। ठीक है, इस वर्ग अंतराल च ज़्यादा नहीं। 60 तो 70 देखो, 60 तो 70 ਦੇ ਵਿੱਚ देखो 60 तो 70 ਦੇ ਵਿਚਕਾਰ ਵੀ ਇੰਨੀ ਹੋ ਗਈ। ਠੀਕ ਹੈ, ਬਰਾਬਰ ਜੀ ਨੇ ਸਾਰਿਆਂ ਦੇ ਵਿਚਕਾਰ। 54.5 ਤੋਂ 70.5 ਤਾਂ ਨਹੀਂ ਹੈ। ਸਭ ਤੋਂ ਘੱਟ ਬੱਚੇ ਕਿਸ 'ਚ ਨੇ, ਸਾਰਿਆਂ ਦੇ ਵਿੱਚ ਬਰਾਬਰ ਜਿਹੀ ਨੇ। ਸਭ ਤੋਂ ਘੱਟ देखो 60 है तो 70 है। ठीक है जी, ये नेक हो गए। जे आप देखिए 59.5 तो 69.5, 59.5 तो इतों लैके ये तो ज़्यादा हो जाएंगे, इतों लैके तक की हो जाएंगे ज़्यादा हो जाएंगे 69.5 तक थोड़े ने, मतलब इतों घट ने थोड़े जे। तो 59.5 तो 69.5 ये ज़्यादा हो गए थोड़े। सो मतलब तुसीं कह सकते हो बच्चे ये आ जाएगा 59.5 तो 69.5 ये थोड़ा आ सकता है। थोड़ी विजिबिलिटी का एक बार चेक कर लियो। ठीक है, सो अगे चलते हैं बच्चे। तो मेरे ख्याल ये आंसर है। सो अगे चलते हैं। देखो अगले क्वेश्चन के उन्हें की कहा, कहता सीमा ने एक बुक खरीदी तो उसनूं रीमा नूं 20% प्रॉफिट के उपर बेचती। सीमा ने किताब खरीदी 20% लाभ ते उन्हें रीमा नूं बेचती 20%। कुछ दिनों बाद उसनूं उस किताब की लोड़ पै गई अते रीमा दोबारा वो किताब खरीद ली। ठीक है, मतलब उसनूं कुछ दिन बाद लोड़ पै गई, रीमा तो दोबारा उसने वो किताब खरीद ली।
पर रीमा ने 10% लाभ के नाल वो किताब सीमा नूं 396 रुपए च वेचती। किताब का खरीद मुल की सी, समझ आया? कहता सीमा ने किताब 20% प्रॉफिट ते वेचती। कुछ दिन बाद उन्होंने लोड़ पै गई, उन्हें रीमा तो दोबारा बुक खरीद ली, पर रीमा ने दोबारा किन्ने दी वेचती सीमा नूं 10% प्रॉफिट ते, वेची किन्ने दी 396 दी। तो बुक का कॉस्ट प्राइस की सी? मान लो रीमा ने वो बुक 100 रुपए की खरीदी सी, ठीक है जी, जस्ट एग्जाम्पल। रीमा ने सीमा नूं किन्ने दी वेचती बुक? 20% प्रॉफिट यानी 120% ते वेचती, ठीक है। हुण सीमा नूं ये बुक 120 की पई, बाद दे विच सीमा ने यही बुक, सीमा का कॉस्ट प्राइस कितना हो गया? 120 हो गया। सीमा ने यही बुक दोबारा रीमा नूं वेचती, किन्ने दी वेचती बच्चे? आपां नूं दोबारा सीमा नूं वेचती किन्ने दी? 20%, 10% प्रॉफिट ते। 120 के उपर 10% प्रॉफिट कमाया, यानी 12 रुपए का प्रॉफिट कमाया। इट मीनस किन्ने दी वेचती? 132 की वेचती दोबारा रीमा नूं बच्चे, ठीक है। और बेची किन्ने दी? 396 रुपए की। किन्ने बेची बच्चे? 396 रुपए की। यानी जेड़ा कि 132 है वो कि 132% किहदे बराबर आ गया? मैं दोबारा देखो, दोबारा दस देना बच्चे क्वेश्चन में, जे तुसीं कन्फ्यूज हो रहे हैं। देखो मैं की किया भी, मान लो रीमा ने, ये रीम है, रीमा ने ये बुक 100% की खरीदी तो सीमा नूं वेचती। सीमा नूं किन्नी वेचती? 20% प्रॉफिट ते, यानी किन्नी वेचती? 120% ते। हुण सीमा ने 120 की खरीदी है, सीमा ने अगे 10% प्रॉफिट ते वेचती, फिर रीमा नूं 10% प्रॉफिट यानी 10% रेट वधा के 120 के उपर 10% प्रॉफिट कमाया, यानी 12% का प्रॉफिट कमा लिया, यानी 12% वध ते वेचती, 132% ते वेचती तो वेची किन्ने दी? 396 रुपए की। 132% 396 के बराबर है, तो 1% किहदे बराबर आ जाऊगा? 396 बटे 132, यानी कि 3 रुपए के बराबर। तो कॉस्ट प्राइस तो बुक का स्टार्टिंग के सी ना 100%, तो यानी कितना सी बच्चे? 300 रुपए सी। कितना हो गया? 100%। 1% अगर 3 है तो 100% कितना आ गया? 300। सो इस क्वेश्चन का सही आंसर आएगा 300 रुपए, ठीक है। उम्मीद करदा बच्चे सब नूं समझ आया होना। सो अगले क्वेश्चन दे विच देखदे आ, उन्हें की कहा, कहता इन द क्लास 9th क्लास म्यूनसिपल स्कूल द रेशियो ऑफ द टोटल स्टूडेंट ऑफ सैक्शन A to B 6:11, यानी A ते B दो सैक्शन ने, उन्होंने रेशियो कितनी है? 6:11 है, ठीक है। यानी कि ये 600 स्टूडेंट्स ने, ये कितने स्टूडेंट्स ने? 1100 स्टूडेंट्स ने, ठीक है। क्योंकि परसेंटेज है, परसेंटेज करके असी 100 का मल्टीपल लै सकते हैं, ठीक है। एक रूल है जिहदे नाल क्वेश्चन थोड़ा जा ईजी हो जाता है, ठीक है। अपनी वीडियो समझाया हुआ सारिਆਂ च, ठीक है। If the 40% of section A are girls and 48% of section B are boys, then what percent of students in both the sections are boys? तो दसो, देखो दोबारा सुनो, कहता A ते B दो सैक्शन ने, उन्होंने कुल विद्यार्थियों की संख्या 6:11, यानी इधर मान ले मैं 600, इधर मान ले 11। कहना जेकर A सैक्शन में 40% कुड़ियां हैं तो B सैक्शन के 48% मुंडे हैं, तो दोवें सैक्शनों में कुल किन्ने प्रतिशत मुंडे हैं? ਹੁਣ देखो 600 ने, ये ਜਿਹੜੇ ਕੁੜੀਆਂ ਨੇ ਕਿੰਨੀਆਂ ਨੇ? 40% ਕੁੜੀਆਂ ਨੇ, 40% ਕੁੜੀਆਂ ਨੇ, ठीक है। तो ਕੁੜੀਆਂ हो गई बच्चे 40%, तो मुंडे किन्ने हो गए? 60%। सानू मुंडे ही चाहिए ने, मुंडे 60%, यानी अगर मैं 600 का 60% कड्ढां तो कितना आ गया? 360 मुंडे आ गए। ये सैक्शन के मुंडे उन्हें दस ही दिता, बच्चे किन्ने ने? 48% ने, तो कुड़ियां तो असीं कुछ लेना ही नहीं क्योंकि सानू मुंडे ही चाहिए ने। तो 1100 का 48% अगर आप देखिए तो कितना आऊगा बच्चे? 11 8 88, 11 चौक 44, 44 ते 8 कितना हो गया? 52, यानी 528। ये 528 मुंडे ने, ठीक है जी। सो ये सानू क्लीयर हो गया। हुण असीं मुंडियां दी दोवें सैक्शन कुल किन्ने मुंडे हो गए? देखो दोवें सैक्शन दे विच कुल किन्ने मुंडे हो गए? 360 हो गए, 528 हो गए। जे जोड़िए तो दोवें सैक्शन के 888 मुंडे हो गए। इन्हों की परसेंटेज पता करनी है, कंपैरिजन टोटल स्टूडेंट्स। टोटल स्टूडेंट किन्ने ने बच्चे? साढ़े कोल 1700 हो गए, गुणा 100 हो गया। सो असीं इहनूं सॉल्व कर देंगे बच्चे। सो की आ गया? 17 5 85, 3 बच गया 38, 17 दूनी 34, फिर 4 बच गया 17 दूनी 34, ठीक है। मेरे ख्याल लगे तो गलती हो गई अपनी। 17 5 85, 38, 17 दूनी 34। दोबारा देखते हैं बच्चे, ये 60% मुंडे हो गए, यानी 360 हो गए। ये 48% मुंडे ने, जे असीं 48% कढ़ीए तो 11 8 88, 11 चौक 44, 44 ते 8 528 बनता। जे इन्हां दा जोड़ देखिए बच्चे 8 6 2 8 5 3 8, 7 588 बनिया, ठीक है। दोवें दे विच किन्ने क बने मुंडे होए, ठीक है।
11 थे 600 आ गया, ये भी बिल्कुल सही है। 17 5 85 ये 38 हो गया, 17 दूनी 34 होंगे, 40 46 60 हो गया, तो अगे 60 17 64 17 51 यानी 52.3% के नेड़े तेड़े आता। तो अप्रॉक्सीमेटली नहीं है तो तुम 54% लगा सकते हो, मेरे हिसाब नाल इन्ना आंदा, ठीक है बच्चे, जो कि थोड़ा जिहा गलत है ये, ठीक है। क्वेश्चन के मैंने कोई प्रॉब्लम नहीं लग रही, सीधा ही सीधा क्वेश्चन है। 1100 का 48% भी असी सही कढ़िया, 11 8 88, 11 चौक 44, 44 ते 8 कितना हो गया 52 हो गया, बिल्कुल सही बच्चे। सो मेरे ख्याल में आंसर के प्रॉब्लम होगी, ठीक है बच्चे। अगे चलते हैं। सो अगला क्वेश्चन देखो बच्चे, अगला रीजनिंग आ जाता है। सो रीजनिंग के देखो की कहता, कहता हेठां दिते दो कथनों का दावा है ए अते कारण भी दिते हुए हैं। सो असीं ये करते हैं, रीजनिंग की एक असीं नवीं वीडियो बनावांगे, क्योंकि लंबी हो जाऊगी वीडियो, तुसीं भी बोर होगे। अगली वीडियो मैं थोड़ा रीजनिंग के क्वेश्चन पा दूंगा, ठीक है। सो मैं अपनी ऐप का लिंक है बच्चे इस डिस्क्रिप्शन बॉक्स के पा दूंगा। सो जो स्टूडेंट्स ने बच्चे साडी वीडियो को लाइक नहीं करिया, प्लीज़ लाइक करो तो इस चैनल को सबसक्राइब भी करो। थैंक यू सो मच गाइस।